ਵੀ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਹੈ ਇਹਦਾ ਕੋਈ ਨਾ ਕੋਈ ਸਮਾਧਾਨ ਹੋਣਾ ਚਾਹੀਦਾ ਹੈਗਾ ਵਾ। ਜੇ ਮੇਰੀ ਪਾਰਟੀ ਦਾ ਕੋਈ ਨੁਕਸਾਨ ਹੋ ਰਿਹਾ ਹੈਗਾ ਵਾ ਜਾਂ ਮੇਰੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈਗਾ ਵਾ ਜਾਂ ਮੇਰੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈਗਾ ਵਾ ਤੇ ਮੈਂ ਵੀ ਉਸ ਦੇ ਨਾਲ ਉਹਦੀ ਬਾਹ ਬਣ ਕੇ ਖੜਾ ਹੋਵਾਂ ਤੇ ਮੈਂ ਆਪਣਾ ਧਰਮ ਨਿਭਾ ਰਿਹਾ। ਮੈਂ ਪਾਰਟੀ ਦੇ ਖਿਲਾਫ ਤਾਂ ਗੱਲ ਕੀਤੀ ਕੋਈ ਨਹੀਂ। ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨਾ ਇਹ ਕੋਈ ਗਲਤ ਗੱਲ ਨਹੀਂ ਹੈ। ਵੀ ਇਹ ਜਿਹੜਾ ਕਿਸਾਨ ਅੰਦੋਲਨ ਹੈ ਇੱਕ ਜਨ ਅੰਦੋਲਨ ਬਣ ਚੁੱਕਾ ਵਾ ਔਰ ਇਹ ਪੰਜਾਬ ਦੇ ਹਰ ਘਰ ਦੇ ਵਿੱਚ ਇਹਦੀ ਪਕੜ ਬਣ ਚੁੱਕੀ ਹੈ। ਸਾਨੂੰ ਇਹਦੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਵਾ। ਕਿਸਾਨਾਂ ਦੇ ਲਈ ਹਾਂ ਦਾ ਨਾਰਾ ਮਾਰੀਏ। ਕਿਸਾਨਾਂ ਨੂੰ ਮਹਿਸੂਸ ਹੋਵੇ ਕਿ ਜਿਹੜੀ ਪੰਜਾਬ ਦੀ ਬੀਜੇਪੀ ਹੈ ਇਹ ਸਾਡੇ ਲਈ ਸੰਘਰਸ਼ ਕਰਦੀ ਪਈ ਹੈ ਦਿੱਲੀ ਜਾ ਕੇ। ਕਿਸਾਨੀ ਅੰਦੋਲਨ ਦੇ ਚੱਲਦਿਆਂ ਭਾਜਪਾ ਅੰਦਰ ਵੀ ਬਗਾਵਤ ਸ਼ੁਰੂ ਹੋ ਗਈ ਹੈ। ਇੱਕ ਤੋਂ ਬਾਅਦ ਇੱਕ ਭਾਜਪਾ ਲੀਡਰ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਿਹਾ ਹੈ। ਹੁਣ ਜਲੰਧਰ ਤੋਂ ਬੀਜੇਪੀ ਦੇ ਸੀਨੀਅਰ ਲੀਡਰ ਕ੍ਰਿਸ਼ਨ ਦੇਵ ਭੰਡਾਰੀ ਕਿਸਾਨਾਂ ਦੇ ਹੱਕ 'ਚ ਆਏ ਨੇ। ਭੰਡਾਰੀ ਦਾ ਕਹਿਣਾ ਕੇਂਦਰ 'ਚ ਬੈਠੀ ਹਾਈ ਕਮਾਂਡ ਨੂੰ ਕਿਸਾਨਾਂ ਦਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਜਾ ਸਕਣ। ਦੇਖੋ ਜੀ, ਜੋ ਜੋਸ਼ੀ ਸਾਹਿਬ ਨੇ ਕਿਹਾ ਵਾ ਉਹ ਦੇਖੋ ਪੰਜਾਬ ਦੇ ਹਰ ਬੱਚੇ ਦੀ ਆਵਾਜ਼ ਹੈ, ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਹੈ, ਪੰਜਾਬ ਦੇ ਵਪਾਰੀ ਦੀ ਆਵਾਜ਼ ਆ ਔਰ ਪੰਜਾਬ ਦੇ ਹਰ ਬੀਜੇਪੀ ਦੇ ਕਾਰਜਕਰਤਾ ਦਾ ਆਵਾਜ਼ ਹੈ। ਚਾਹੇ ਉਹ ਬੂਥ ਦਾ ਕਾਰਜਕਰਤਾ ਵਾ, ਚਾਹੇ ਸਾਡਾ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ, ਚਾਹੇ ਸਾਡੇ ਦਾ ਪ੍ਰਦੇਸ਼ ਦਾ ਕਾਰਜਕਰਤਾ ਵਾ। ਵੀ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਹੈ ਇਹਦਾ ਕੋਈ ਨਾ ਕੋਈ ਸਮਾਧਾਨ ਹੋਣਾ ਚਾਹੀਦਾ ਹੈਗਾ ਵਾ। ਇਹ ਜੋਸ਼ੀ ਸਾਹਿਬ ਨੇ ਆਵਾਜ਼ ਰੱਖੀ ਆ ਔਰ ਮੈਨੂੰ ਉਹ ਗੱਲ ਅਪੀਲ ਕੀਤੀ ਤੇ ਮੈਂ ਆਪਣਾ ਧਰਮ ਸਮਝਿਆ ਕਿ ਜੇ ਮੇਰੀ ਪਾਰਟੀ ਦਾ ਕੋਈ ਨੁਕਸਾਨ ਹੋ ਰਿਹਾ ਹੈਗਾ ਵਾ ਜਾਂ ਮੇਰੇ ਪੰਜਾਬ ਦਾ ਨੁਕਸਾਨ ਹੋ ਰਿਹਾ ਹੈਗਾ ਵਾ ਜਾਂ ਮੇਰੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈਗਾ ਵਾ ਤੇ ਮੈਂ ਵੀ ਉਸ ਦੇ ਨਾਲ ਉਹਦੀ ਬਾਹ ਬਣ ਕੇ ਖੜਾ ਹੋਵਾਂ ਤੇ ਮੈਂ ਆਪਣਾ ਧਰਮ ਨਿਭਾ ਰਿਹਾ। ਜਦੋਂ ਜੋਸ਼ੀ ਜੀ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤੇ ਪਾਰਟੀ ਵਿੱਚ ਹੀ ਵਿਰੋਧ ਸ਼ੁਰੂ ਹੋ ਗਿਆ, ਖਾਸ ਕਰਕੇ ਜਲੰਧਰ ਦੀ ਗੱਲ ਕੀਤੀ ਜਾਵੇ, ਕੀ ਤੁਹਾਨੂੰ ਲੱਗਦਾ ਕਿ ਤੁਹਾਡਾ ਵੀ ਵਿਰੋਧ ਹੋਏਗਾ ਇਸ ਕਰਕੇ ਕਿ ਤੁਸੀਂ ਕਿਸਾਨਾਂ ਦੀ ਗੱਲ ਕਰ? ਮੈਂ ਪਾਰਟੀ ਦੇ ਖਿਲਾਫ ਤਾਂ ਗੱਲ ਕੀਤੀ ਕੋਈ ਨਹੀਂ। ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਨਾ ਇਹ ਕੋਈ ਗਲਤ ਗੱਲ ਨਹੀਂ ਹੈ। ਪੰਜਾਬ ਦੀ ਜਿਹੜੀ ਇਕਨੋਮੀ ਹੈ, ਪੰਜਾਬ ਦਾ ਸਾਡਾ ਅਰਥਚਾਰਾ ਵਾ ਉਹ ਟੋਟਲੀ ਐਗਰੀਕਲਚਰ ਬੇਸਡ ਹੈਗਾ। ਇਸ ਕਰਕੇ ਜੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਹਰਿਆਣੇ ਦੇ ਕਿਸਾਨਾਂ ਨੂੰ ਮਹਿਸੂਸ ਹੋ ਰਿਹਾ ਕਿ ਜਿਹੜੇ ਕਾਨੂੰਨ ਬਣੇ ਆ ਇਹਨਾਂ ਸਾਡਾ ਨੁਕਸਾਨ ਹੋਏਗਾ, ਅਸੀਂ ਬੜੀ ਕੋਸ਼ਿਸ਼ ਕੀਤੀ। ਅਸੀਂ ਕਿਸਾਨਾਂ ਨਾਲ ਵਾਰਤਾਲਾਪ ਵੀ ਕੀਤਾ 6-7 ਮਹੀਨੇ, ਲੇਕਿਨ ਉਹਨਾਂ ਨੂੰ ਇਸ ਗੱਲ ਦਾ ਸਮਝ ਨਹੀਂ ਆ ਰਹੀ। ਮੈਂ ਕਹਿ ਸਕਦਾ ਵਾਂ ਜਾਂ ਉਹ ਆਪਣੇ ਸ਼ੱਕ ਸ਼ੁਬਾ ਦੇ ਵਿੱਚ ਫਸ ਗਏ ਤੇ ਇਸ ਕਰਕੇ ਸਾਡਾ ਹੁਣ ਫਰਜ਼ ਬਣਦਾ ਵਾ ਜੇ ਉਹ ਭਰਮ ਦੇ ਵਿੱਚ ਫਸ ਗਏ ਆ ਤੇ ਅਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਣਾ ਵਾ। ਤੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੈਗੇ ਔਰ ਅਸੀਂ ਉਹਨਾਂ ਦੇ ਨਾਲ ਖੜੇ ਹੋ ਕੇ ਅਸੀਂ ਆਪਣੇ ਹਾਈ ਕਮਾਂਡ ਨੂੰ ਕਨਵਿੰਸ ਕਰਾਂਗੇ ਵੀ ਅਸੀਂ ਇਹਨਾਂ ਦਾ ਸਾਥ ਦੇਣਾ ਕੰਮ। ਅੱਜ ਕਿਸਾਨਾਂ ਨੂੰ ਲਗਭਗ 6 ਮਹੀਨੇ ਤੋਂ ਉੱਤੇ ਹੋ ਗਏ ਨੇ, 400 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ। ਅੱਜ ਹੀ ਯਾਦ ਕਿਉਂ ਹੈ? ਉਸ ਤੋਂ ਪਹਿਲਾਂ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ? ਕਿਉਂਕਿ ਅੱਜ ਬਹੁਤ ਜ਼ਿਆਦਾ ਅਸੀਂ ਰੰਗਪੁਰ ਜੀ ਆਪਣੇ ਟੋਟਲ ਸਾਡੇ ਇੰਟਰਨਲ ਜਿਹੜੀ ਪਾਰਟੀ ਦੀ ਸਾਡੀ ਇੱਕ ਵਿਚਾਰਧਾਰਾ ਵਾ ਜਾਂ ਪਾਰਟੀ ਦੀ ਲੀਡਰਸ਼ਿਪ ਸਾਡੀ ਹੈਗੀ ਆ। ਅਸੀਂ ਪ੍ਰਦੇਸ਼ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ, ਆਪਣੇ ਕਾਰਜਕਾਰਨੀ ਸਾਡੀ ਪ੍ਰਦੇਸ਼ ਦੀ ਮਾਰਚ ਦੇ ਮਹੀਨੇ ਹੋਈ ਸੀਗੀ, ਅਸੀਂ ਉੱਥੇ ਵੀ ਗੱਲ ਕੀਤੀ। ਫਿਰ ਸਾਡੇ ਸੰਘ ਦੇ ਅਧਿਕਾਰੀ ਆਏ ਸੀਗੇ, ਅਸੀਂ 2 ਮਹੀਨੇ ਪਹਿਲਾਂ ਅਸੀਂ ਉਹਨਾਂ ਨਾਲ ਬਿਲਕੁਲ ਇਮਾਨਦਾਰੀ ਨਾਲ ਗੱਲ ਕੀਤੀ ਹੈਗੀ ਆ ਵੀ ਇਹ ਜਿਹੜਾ ਕਿਸਾਨ ਅੰਦੋਲਨ ਹੈ ਇੱਕ ਜਨ ਅੰਦੋਲਨ ਬਣ ਚੁੱਕਾ ਵਾ ਔਰ ਇਹ ਪੰਜਾਬ ਦੇ ਹਰ ਘਰ ਦੇ ਵਿੱਚ ਇਹਦੀ ਪਕੜ ਬਣ ਚੁੱਕੀ ਹੈ। ਸਾਨੂੰ ਇਹਦੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਵਾ ਔਰ ਅਸੀਂ ਕਿਸਾਨਾਂ ਦੇ ਲਈ ਹਾਂ ਦਾ ਨਾਰਾ ਮਾਰੀਏ। ਕਿਸਾਨਾਂ ਨੂੰ ਮਹਿਸੂਸ ਹੋਵੇ ਕਿ ਜਿਹੜੀ ਪੰਜਾਬ ਦੀ ਬੀਜੇਪੀ ਹੈ ਇਹ ਸਾਡੇ ਲਈ ਸੰਘਰਸ਼ ਕਰਦੀ ਪਈ ਹੈ ਦਿੱਲੀ ਜਾ ਕੇ। ਅਸੀਂ ਆਪਣੀ ਆਵਾਜ਼ ਪੂਰੇ ਅੱਛੇ ਤਰੀਕੇ ਨਾਲ ਆਪਣੇ ਹਾਈ ਕਮਾਂਡ ਕੋਲ ਪਹੁੰਚਾਈ ਆ ਔਰ ਉਹਨਾਂ ਨੇ ਦਿੱਲੀ ਪਹੁੰਚਾਈ ਆ। ਬਾਕੀ ਫੈਸਲਾ ਦਿੱਲੀ ਵਾਲਿਆਂ ਨੇ ਕਰਨਾ ਹੈ। ਜੋ ਸਾਡਾ ਧਰਮ ਸੀਗਾ ਬੀਇੰਗ ਅ ਪੰਜਾਬੀ, ਅਸੀਂ ਕਿਸਾਨਾਂ ਦੇ ਬਿਲਕੁਲ 100% ਨਾਲ ਹਾਂ ਕਿਉਂਕਿ ਸਾਡਾ ਟੋਟਲ ਜਿਹੜਾ ਭਾਈਚਾਰਾ, ਮੈਂ ਬਾਰ-ਬਾਰ ਕਹਿ ਰਿਹਾ ਇਸ ਚੀਜ਼ ਦੇ ਉੱਪਰ, ਟੋਟਲ ਪੰਜਾਬ ਜਿਹੜੀ ਇਕਨੋਮੀ ਹੈਗੀ ਆ ਇਹ ਐਗਰੀਕਲਚਰ ਬੇਸਡ ਹੈਗੀ ਆ। ਕੱਪੜੇ ਦਾ ਕੋਈ ਵਪਾਰ ਹੋਵੇ, ਸਾਡੇ ਜਿੰਨੇ ਵੀ ਬਾਜ਼ਾਰ ਹੈਗੇ ਆ ਉੱਥੇ ਜਿੰਨੀ ਵੀ ਇਕਨੋਮੀ ਚੱਲਦੀ ਆ ਉਹ ਪੇਂਡੂਆਂ ਦੇ ਸਿਰ 'ਤੇ ਚੱਲਦੀ ਹੈ, ਕਿਸਾਨਾਂ ਦੇ ਸਿਰ 'ਤੇ ਚੱਲਦੀ ਹੈ। ਇਸ ਕਰਕੇ ਸਾਨੂੰ ਉਹਨਾਂ ਨਾਲ ਖੜੇ ਹੋਣਾ ਸਾਡਾ ਇਖਲਾਕੀ ਫਰਜ਼ ਬਣਦਾ ਹੈ। ਤੁਸੀਂ ਗੱਲ ਕਰ ਰਹੇ ਹੋ ਪਰ ਜੇ ਗੱਲ ਤੋਮਰ ਜੀ ਦੀ ਕੀਤੀ ਜਾਵੇ, ਤੋਮਰ ਜੀ ਦਾ ਕੁਝ ਦਿਨ ਪਹਿਲਾਂ ਬਿਆਨ ਆਇਆ ਸੀਗਾ ਕਿ ਕਿਸਾਨ ਕਾਨੂੰਨਾਂ ਨੂੰ ਹਟਾਉਣ ਤੋਂ ਇਲਾਵਾ ਜੇ ਕੋਈ ਕਿਸਾਨ ਗੱਲ ਕਰਨਾ ਚਾਹੁੰਦੇ ਕਰ ਸਕੇ ਕਿਉਂਕਿ ਉਹਨਾਂ ਦੀ ਡਿਮਾਂਡ ਤਾਂ ਸਿਰਫ ਕਿਸਾਨ ਕਾਨੂੰਨ ਨੂੰ ਹਟਾਉਣ ਦੀ ਹੈ। ਕਿਸ ਤਰ੍ਹਾਂ ਤੁਹਾਡੀ ਗੱਲ ਬਣੀ? ਮੈਂ ਦੇਖੋ ਜੀ ਰੰਗਪੁਰ ਜੀ, ਮੈਂ ਗੱਲ ਕਹੂੰਗਾ ਵੀ ਕਿਸਾਨਾਂ ਨੂੰ ਵੀ ਬਿਲਕੁਲ ਐਡਾਮੈਂਟ ਨਹੀਂ ਹੋਣਾ ਚਾਹੀਦਾ ਔਰ ਸਰਕਾਰ ਨੂੰ ਵੀ
ਐਡਮੈਂਟ ਨਹੀਂ ਹੋਣਾ ਚਾਹੀਦਾ। ਦੋਨੇ ਹੀ ਇੱਕ ਕਦਮ ਅਗਾਂਹ ਵਧਣ ਤੇ ਹਰ ਚੀਜ਼ ਦਾ ਸਮਾਧਾਨ ਹੋ ਸਕਦਾ ਵਾ। ਲੇਕਿਨ ਅੱਜ ਦੁਖਦ ਗੱਲ ਹੈਗੀ ਆ ਵੀ ਦੋਨੋਂ ਪੱਖ ਜਿਹੜੇ ਹੈਗੇ ਆ ਆਪਣੇ ਆਪਣੇ ਪਾਸੇ ਤੇ ਖੜੇ ਹੈਗੇ ਆ ਵੀ ਉਹ ਕਹਿੰਦੇ ਮੈਂ ਇਹ ਕੰਮ ਨਹੀਂ ਕਰਨਾ, ਉਹ ਕਹਿੰਦੇ ਮੈਂ ਇਹ ਕੰਮ ਨਹੀਂ ਕਰਨਾ, ਜਿੰਨਾ ਕਿ ਅਲਟੀਮੇਟ ਜਿਹੜਾ ਨਾ ਉਹ ਪੰਜਾਬ ਦਾ ਨੁਕਸਾਨ ਹੋ ਰਿਹਾ ਹੈਗਾ ਵਾ। ਔਰ ਮੇਰੀ ਦੋਨਾਂ ਪੱਖਾਂ ਨੂੰ ਹੱਥ ਜੋੜ ਕੇ ਵਿਨਮਰ ਪ੍ਰਾਰਥਨਾ ਹੈਗੀ ਆ ਵੀ ਅਸੀਂ ਪੰਜਾਬ ਦੇ ਭਲੇ ਵਾਸਤੇ, ਪੰਜਾਬ ਦੀ ਭਾਈਚਾਰਕ ਸਾਂਝ ਵਾਸਤੇ ਸਾਨੂੰ ਜ਼ਰੂਰ ਕੋਈ ਨਾ ਕੋਈ ਇਹਦਾ ਮਸਲੇ ਦਾ ਸਮਾਧਾਨ ਕਰਨਾ ਚਾਹੀਦਾ ਵਾ। ਸਾਡੀ ਇਹ ਹਾਰਦਿਕ ਇੱਛਾ ਜੀ। ਪਟਾਰੀ ਸਾਹਿਬ, ਲਗਭਗ ਪੰਜਾਬ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ, ਕੁਝ ਸਮਾਂ ਰਹਿ ਚੁੱਕਿਆ ਹੈ। ਕੀ ਇਹੀ ਕਾਰਨ ਤਾਂ ਨਹੀਂ ਕਿ ਤੁਹਾਨੂੰ ਲੱਗਦਾ ਕਿ ਨੁਕਸਾਨ ਹੋ ਸਕਦਾ ਭਾਜਪਾ ਨੂੰ ਆਉਣ ਵਾਲੀ ਚੋਣਾਂ 'ਚ, ਤਾਂ ਤੁਸੀਂ ਆਵਾਜ਼ ਉਠਾਈ? ਕਿਉਂਕਿ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਪਿੰਡਾਂ 'ਚ। ਨਹੀਂ ਦੇਖੋ ਜੀ, ਕੋਈ ਇਹ ਸਾਡੀ ਇਹ ਮਨੋਦਸ਼ੀ ਨਹੀਂ ਹੈਗੀ ਵੀ ਅਸੀਂ ਇਲੈਕਸ਼ਨ ਕਰਕੇ ਇਹ ਕੰਮ ਕਰਦੇ ਪਏ। ਅਸੀਂ ਤਾਂ ਵੈਰੀ ਫਸਟ ਡੇ ਤੋਂ ਸਾਡੀ ਇਹ ਆਪਣੀ ਵਾਰਤਾਲਾਪ ਚੱਲਦੀ ਰਹੀ ਹੈ। ਲੇਕਿਨ ਹੁਣ ਜਦੋਂ ਅਸੀਂ ਮਹਿਸੂਸ ਕੀਤਾ ਵੀ ਕਿਸਾਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਪੰਜਾਬ ਭਾਜਪਾ ਜਿਸ ਤਰੀਕੇ ਦੇ ਨਾਲ ਸਾਡੇ ਲੀਡਰ ਸਾਹਿਬਾਨ ਦੇ ਉੱਪਰ ਹਮਲੇ ਵੀ ਹੋਏ ਆ, ਸਾਡੇ MLA ਦੇ ਅਬੋਹਰ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਸਾਰੇ ਜਾਣਦੇ ਹਾਂ, ਉਹਨੂੰ ਨਿਰਵਸਤਰ ਕੀਤਾ ਗਿਆ। ਇੱਕ ਆਕਰੋਸ਼ ਹੁੰਦਾ ਨਾ, ਆਕਰੋਸ਼ ਕਰਕੇ ਹੀ ਸਾਰਾ ਇਹ ਕੰਮ ਖਰਾਬ ਹੁੰਦਾ। ਸਾਨੂੰ ਮਹਿਸੂਸ ਹੋਇਆ ਵੀ ਸਾਡਾ ਜਿਹੜਾ ਪੰਜਾਬ ਦਾ ਭਾਈਚਾਰਾ ਵਾ, ਸਾਡਾ 9 ਮਾਸ ਦਾ ਰਿਸ਼ਤਾ ਵਾ, ਹਿੰਦੂ ਔਰ ਸਿੱਖ ਦਾ 9 ਮਾਸ ਦਾ ਰਿਸ਼ਤਾ ਵਾ, ਉਹ ਕਿਤੇ ਤਾਰ ਨਾ ਹੋ ਜਾਵੇ। ਸਾਡਾ ਜਿਹੜਾ ਆਰਥਿਕ ਭਾਈਚਾਰਾ ਹੈਗਾ ਵਾ ਇਹ ਵੀ ਖਰਾਬ ਹੋ ਰਿਹਾ। ਅੱਜ ਬਾਜ਼ਾਰ ਵਿਹਲੇ ਪਏ ਬਿਲਕੁਲ। ਉਹਦੇ ਪਿੱਛੇ ਇੱਕੋ ਕਾਰਨ ਹੈ ਕਿ ਲੋਕ ਬਾਹਰੋਂ ਨਹੀਂ ਆ ਰਹੇ, ਕੁਝ ਕੋਵਿਡ ਕਰਕੇ ਨਹੀਂ ਆ ਰਹੇ, ਕੁਝ ਇਹ ਕਿਸਾਨ ਅੰਦੋਲਨ ਕਰਕੇ ਵੀ ਸਾਡੇ ਪੰਜਾਬ ਦੀ ਅਰਥਚਾਰਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਵਾ। ਇਸ ਕਰਕੇ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਡਾ ਇਖਲਾਕੀ ਫਰਜ਼ ਬਣਦਾ ਵਾ ਕਿ ਅਸੀਂ ਹੁਣ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਆਪਣੇ ਹਾਈ ਕਮਾਨ ਤੱਕ ਪਹੁੰਚਾਈਏ, ਇਸ ਚੀਜ਼ ਦਾ ਕੋਈ ਸਮਾਧਾਨ ਹੋ ਸਕੇ। ਜਿਸ ਤਰ੍ਹਾਂ ਤੁਸੀਂ ਕਿਸਾਨੀ ਮੁੱਦੇ ਦੀ ਗੱਲ ਕੀਤੀ ਹੈ, ਪੰਜਾਬ ਭਾਜਪਾ ਦੇ ਕਾਫੀ ਨੇਤਾ ਜਿਹੜੇ ਹਾਲੇ ਸਾਥ ਨਹੀਂ ਦੇ ਰਹੇ, ਜੇ ਉਹਨਾਂ ਨੂੰ ਵੀ ਤੁਸੀਂ ਨਾਲ ਲੈ ਕੇ ਜਾਣ ਦੀ ਤੁਰਨ ਦੀ ਗੱਲ ਕਰੋਗੇ ਤਾਂ ਹੀ ਤੁਹਾਡੀ ਗੱਲ ਉੱਥੇ ਤੱਕ ਪਹੁੰਚੇਗੀ ਕਿ ਇਹ ਤੁਸੀਂ ਕੋਸ਼ਿਸ਼ ਸ਼ੁਰੂ ਕਰ ਦਿੱਤੀ? ਅਸੀਂ ਸ਼ੁਰੂ ਕਰਤੀ ਕੋਸ਼ਿਸ਼, ਅਸੀਂ ਰੰਗਪੁਰ ਦੀ ਗੱਲ ਸ਼ੁਰੂ ਕਰਤੀ ਗਿਆ। ਅਸੀਂ ਜਿੰਨੇ ਵੀ BJP ਦੇ ਵਰਕਰ ਸਾਡੇ ਹੈਗੇ ਆ, ਸਾਡੇ ਲੀਡਰ ਸਾਹਿਬਾਨ ਹੈਗੇ ਆ, ਅਸੀਂ ਸਭ ਨੂੰ ਨਾਲ ਲੈ ਕੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਪੰਜਾਬ ਭਾਜਪਾ ਦਾ ਨੁਕਸਾਨ ਨਾ ਹੋਵੇ, ਕਿਉਂਕਿ ਅਸੀਂ ਬੜੇ ਮਿਹਨਤ ਕਰਕੇ ਪੰਜਾਬ ਭਾਜਪਾ ਖੜੀ ਕੀਤੀ ਗਿਆ। ਸਾਡਾ ਇਹ ਬਣਦਾ ਫਰਜ਼ ਬਣਦਾ, ਇਖਲਾਕੀ ਫਰਜ਼ ਬਣਦਾ ਵਾ ਕਿ BJP ਦਾ ਨੁਕਸਾਨ ਹੋ ਰਿਹਾ ਵਾ, ਉਹ ਸਾਡੇ ਕੋਲ ਦੇਖਿਆ ਨਹੀਂ ਜਾ ਰਿਹਾ। ਸਾਡਾ ਮਨ ਵੀ ਰੋ ਰਿਹਾ ਹੈਗਾ ਵਾ, ਸਾਡੇ ਕਿਸਾਨ ਬੈਠੇ, ਸਾਡਾ ਮਨ ਰੋ ਰਿਹਾ ਹੈਗਾ ਵਾ, ਸਾਡੇ ਕਿਸਾਨ ਉੱਤੇ ਸ਼ਹੀਦ ਹੋਏ, ਸਾਡਾ ਮਨ ਰੋਇਆ ਵੀ ਕਿਸੇ ਦਾ ਮਾਂ ਦੇ ਪੁੱਤ ਸੀਗੇ, ਕਿਸੇ ਦੀ ਆਦਮੀ ਸੀਗਾ, ਕਿਸੇ ਦਾ ਭਰਾ ਸੀਗਾ। ਕਿਸੇ ਨੂੰ ਕੋਈ ਸ਼ੌਂਕ ਤਾਂ ਹੈ ਨਹੀਂ ਕਿ ਜਾ ਕੇ ਉੱਥੇ ਬੈਠੇ। ਲੇਕਿਨ ਅਸੀਂ ਇਹ ਤੁਹਾਨੂੰ ਬਿਲਕੁਲ ਇਮਾਨਦਾਰ ਨਾਲ ਕਹਿ ਦਿਆਂਗੇ, ਸਾਡੀ ਕੋਸ਼ਿਸ਼ ਹੈਗੀ ਆ ਕਿ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਮਜ਼ਬੂਤ ਰਹੇ ਔਰ ਸਾਡਾ ਜਿਹੜਾ ਆਉਣ ਵਾਲਾ ਸਮਾਂ ਪੰਜਾਬ ਦਾ ਉਜਵਲ ਹੋਵੇ, ਉਹਦੇ ਲਈ ਅਸੀਂ ਇਹ ਪ੍ਰਯਾਸ ਕੀਤਾ ਵਾ। ਕੋਈ ਇਹਦੇ ਵਿੱਚ ਇਲੈਕਸ਼ਨ ਵਾਲੀ ਕੋਈ ਗੱਲ ਨਹੀਂ ਆ। ਇਲੈਕਸ਼ਨ ਵਾਲੀ ਇੱਕ ਪਰਸਨ ਗੱਲ ਹੈਗੀ। ਆਪਾਂ 2 ਵਾਰੀ MLA ਬਣ ਚੁੱਕੇ ਹਾਂ, ਆਪਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਕਿ ਵਰੀ ਨਹੀਂ ਹੈਗੀ। ਲੇਕਿਨ ਸਾਡਾ ਜਿਹੜਾ ਮੇਨ ਬੀਇੰਗ ਹੈ ਪੰਜਾਬੀ, ਇਹ ਸਾਡਾ ਧਰਮ ਬਣਦਾ ਕਿ ਅਸੀਂ ਪੰਜਾਬੀ ਦੀ ਗੱਲ ਕਰੀਏ ਔਰ ਅਸੀਂ ਉਸ ਚੀਜ਼ ਕਰਕੇ ਅਸੀਂ ਜਿਹੜਾ ਇਸ ਮੈਦਾਨ ਦੇ ਵਿੱਚ ਆਏ ਹਾਂ। ਆਖਰੀ ਸਵਾਲ, ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਹੁਜਨ ਸਮਾਜ ਪਾਰਟੀ ਦਾ 25 ਸਾਲ ਬਾਅਦ ਗਠਬੰਧਨ ਹੋ ਗਿਆ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਅਫਸਰਵਾਦ ਦੀ ਰਾਜਨੀਤੀ ਹੈਗੀ ਆ। ਉਹਨਾਂ ਦੀ ਮਜਬੂਰੀ ਸੀ ਅਕਾਲੀ ਦਲ ਦੀ, ਉਹਨਾਂ ਦੇ ਕੋਲ ਪੂਰੇ ਕੈਂਡੀਡੇਟਸ ਨਹੀਂ ਸੀਗੇ। ਜਿਹਦੇ ਸੀਟਾਂ ਆਪਾਂ 23 ਲੜ ਰਹੇ ਹਾਂ, ਉਹਨਾਂ ਕੋਲ ਕੈਂਡੀਡੇਟ ਨਹੀਂ ਸੀਗੇ। ਜਿੱਦਾਂ ਹੁਣ ਜਲੰਧਰ ਨਾਰਥ ਦੀ ਦੇ ਦਿੱਤੀ ਉਹਨਾਂ ਨੇ BSP ਨੂੰ, ਜਲੰਧਰ ਵੈਸਟ ਦੀ BSP ਨੂੰ ਦੇ ਦਿੱਤੀ ਹੈਗੀ ਆ। ਇਸੇ ਤਰੀਕੇ ਨਾਲ ਫਗਵਾੜਾ 2 ਸੀਟਾਂ ਦਿੱਤੀਆਂ ਉਹਨਾਂ ਨੇ। ਇਹ ਉਹਨਾਂ ਦੀ ਦੇਖੋ ਰਾਜਨੀਤਿਕ ਮਜਬੂਰੀ ਸੀ ਅਕਾਲੀ ਦਲ ਦੀ, ਅਤੇ ਉਹਨਾਂ ਨੇ ਚਾਹੀਦਾ ਸੀ ਭਾਈਵਾਲ, ਉਹਨਾਂ ਨੇ ਭਾਈਵਾਲ ਲੈ ਲਿਆ। ਹੁਣ ਕਿੰਨਾ ਚਿਰ ਚੱਲਦਾ ਇਹਨਾਂ ਦਾ ਇਹ ਤਾਂ ਈਸ਼ਵਰ ਜਾਣਦਾ ਵਾ। ਅੱਛਾ, ਖਬਰਾਂ ਇਹ ਵੀ ਆ ਰਹੀਆਂ ਕਿ ਦੋਨਾਂ ਦੇ ਗਠਬੰਧਨ ਨਾਲ ਭਾਜਪਾ ਨੂੰ ਫਾਇਦਾ ਹੋਏਗਾ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੋਈ ਫਾਇਦਾ ਹੋਏਗਾ? ਦੇਖੋ ਜੀ, ਇਲੈਕਸ਼ਨ ਦੇ ਵਿੱਚ ਤਾਂ ਇਲੈਕਸ਼ਨ ਇੱਕ ਹੁੰਦੀ ਵੇਵ ਹੁੰਦੀ। ਇਲੈਕਸ਼ਨ ਸਮੇਂ ਦੇ ਕੋਲ ਆ ਕੇ ਕੀ ਵਾਤਾਵਰਨ ਬਣਦਾ ਵਾ, ਕੀ ਮਾਹੌਲ ਬਣਦਾ ਹੈਗਾ ਵਾ, ਉਹ ਇਲੈਕਸ਼ਨ ਜਿਤਾਉਂਦਾ, ਉਹ ਇਲੈਕਸ਼ਨ ਹਰਾਉਂਦਾ ਵਾ। ਇਸ ਕਰਕੇ ਗਠਬੰਧਨ ਬਣਿਆ ਵਾ, ਇਹਦਾ ਕਿਹਦਾ ਫਾਇਦਾ ਨੁਕਸਾਨ ਹੋਏਗਾ ਇਹ ਅਸੀਂ ਤਾਂ ਆਪਣਾ ਵਰਕ ਕਰਨਾ ਵਾ, ਆਪਣੀ ਮਿਹਨਤ ਕਰਨੀ ਆ, ਅਸੀਂ ਆਪਣੀ ਲਾਈਨ ਲੰਬੀ ਕਰਨੀ ਆ, ਅਸੀਂ ਚੁਣਾਵ ਜਿੱਤਣਾ ਵਾ। ਉਹਦੇ ਲਈ ਅਸੀਂ ਆਪਣਾ ਵਰਕਰ ਨੂੰ ਇਕੱਠੇ ਕਰਾਂਗੇ, ਲਾਮਬੰਦ ਕਰਾਂਗੇ ਕਿ ਭਾਜਪਾ ਦਾ ਪੰਜਾਬ ਦੇ ਵਿੱਚ ਕਮਲ ਖਿਲੇ। ਉਹਦੇ ਲਈ ਅਸੀਂ ਪੂਰਾ ਪ੍ਰਯਾਸ ਕਰਾਂਗੇ। ਇਸ ਤੋਂ ਪਹਿਲਾਂ BJP ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਮਾਸਟਰ ਮੋਹਨ ਲਾਲ ਨੇ ਵੀ ਅਨਿਲ ਜੋਸ਼ੀ ਦੀ ਪ੍ਰਸ਼ੰਸਾ ਕਰਦਿਆਂ ਪਾਰਟੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਵੱਡੇ ਸਵਾਲ ਖੜੇ ਕੀਤੇ ਸਨ। ਜਲੰਧਰ ਤੋਂ ਪਰਮਜੀਤ ਸਿੰਘ ਰੰਗੇੜੀ ਦੀ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।